ਅੱਜ ਦੇ ਲੈਕਚਰ 'ਚ ਆਪਾਂ ਮੀਟਰ ਬ੍ਰਿਜ ਬਾਰੇ ਪੜਾਂਗੇ। ਮੀਟਰ ਬ੍ਰਿਜ ਹੈਗਾ ਕੀ ਆ, ਇਹਦੇ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਬਈ ਇਹ ਆਪਾਂ ਕਿਉਂ ਪੜ੍ਹਨ ਲੱਗੇ। ਮੀਟਰ ਬ੍ਰਿਜ ਪੜ੍ਹਨ ਦਾ ਮਤਲਬ ਆ ਵੀਟਸਟੋਨ ਬ੍ਰਿਜ ਦਾ ਜੋ ਪ੍ਰਿੰਸੀਪਲ ਆ ਉਹਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਕਿਵੇਂ ਪੜ੍ਹਨਾ। ਇਸ ਤੋਂ ਪਹਿਲਾਂ ਆਪਾਂ ਕਿਰਚੋਫ ਲਾਅ ਪੜ੍ਹੇ ਸੀ। ਕਿਰਚੋਫ ਲਾਅ ਨੂੰ ਯੂਜ਼ ਕਰਕੇ ਆਪਾਂ ਵੀਟਸਟੋਨ ਬ੍ਰਿਜ ਦੀ ਕੰਡੀਸ਼ਨ ਡਰਾਈਵ ਕੀਤੀ ਸੀ, ਜਿਹਦੇ ਨਾਲ ਆਪਾਂ ਅਨਨੋਨ ਰੈਜ਼ਿਸਟੈਂਸ ਫਾਈਂਡ ਕਰਦੇ ਹਾਂ। ਕਿਸੇ ਵੀ ਕੰਡਕਟਰ ਦੀ ਜੇਕਰ ਆਪਾਂ ਰੈਜ਼ਿਸਟੈਂਸ ਫਾਈਂਡ ਕਰਨੀ ਹੋਵੇ ਵੀ ਇਹਦੀ ਰੈਜ਼ਿਸਟੈਂਸ ਕਿੰਨੀ ਆਫਰ ਕਰਦਾ ਇਹ ਕਰੰਟ ਨੂੰ, ਤਾਂ ਉਹ ਕੱਢਣ ਦੇ ਸਾਡੇ ਕੋਲੇ ਦੋ ਤਰੀਕੇ ਆ। ਇੱਕ ਤਾਂ ਇਹ ਆ ਵੀ ਆਪਾਂ ਓਮਸ ਲਾ ਯੂਜ਼ ਕਰਕੇ ਕਰ ਲਈਏ, V = IR ਯੂਜ਼ ਕਰੀਏ, ਪੋਟੈਂਸ਼ੀਅਲ ਡਿਫਰੈਂਸ ਫਾਈਂਡ ਕਰੀਏ, ਕਰੰਟ ਫਾਈਂਡ ਕਰੀਏ ਤੇ R ਦੀ ਵੈਲਿਊ ਆਪਾਂ ਫਾਈਂਡ ਕਰ ਲਈਏ। बैटरी ਦੇ ਨਾਲ ਪੋਟੈਂਸ਼ੀਅਲ ਡਿਫਰੈਂਸ ਪਤਾ ਲੱਗ ਜੂਗਾ ਵੋਲਟਮੀਟਰ ਲਾ ਕੇ, ਤੇ ਕਰੰਟ ਜਿੰਨਾ ਹੋਊਗਾ ਉਹ ਐਮੀਟਰ ਨਾਲ ਪਤਾ ਲੱਗ ਜੂਗਾ। V/I ਕਰਕੇ ਅਸੀਂ R ਕੱਢ ਸਕਦੇ ਹਾਂ। ਪਰ ਇਸ ਮੈਥਡ ਦੇ ਵਿੱਚ ਤਾਰਾਂ ਜਿਹੜੀਆਂ ਲਾਈਆਂ ਹੁੰਦੀਆਂ ਨੇ ਉਹਨਾਂ ਦੀ ਰੈਜ਼ਿਸਟੈਂਸ ਵੀ ਵਿੱਚ ਐਡ ਅਪ ਹੋ ਜਾਂਦੀ ਆ, ਤਾਂ ਵੀ ਨੈਵਰ ਗੈਟ ਏ ਐਕੂਰੇਟ ਵੈਲਿਊ ਫਾਰ ਰੈਜ਼ਿਸਟੈਂਸ। ਰੈਜ਼ਿਸਟੈਂਸ ਦੀ ਕਦੇ ਵੀ ਸਾਨੂੰ ਸਹੀ ਵੈਲਿਊ ਨਹੀਂ ਮਿਲਦੀ। ਦੂਸਰਾ ਮੈਥਡ ਆਪਾਂ ਪੜ੍ਹਿਆ ਸੀਗਾ ਕਿਰਚੋਫ ਰੂਲਸ। ਕਿਰਚੋਫ ਰੂਲ ਲਗਾ ਕੇ ਅਸੀਂ ਕੰਪਲੈਕਸ ਸਰਕਟਸ ਨੂੰ ਵੀ ਈਜ਼ੀਲੀ ਸੋਲਵ ਕਰ ਸਕਦੇ ਹਾਂ। ਉਹਨਾਂ ਵਾਸਤੇ ਵੀ ਅਸੀਂ ਈਜ਼ੀਲੀ ਕਰੰਟ ਦੀਆਂ, ਰੈਜ਼ਿਸਟੈਂਸਿਸ ਦੀਆਂ, ਪੋਟੈਂਸ਼ੀਅਲ ਡਿਫਰੈਂਸਿਸ ਦੀਆਂ ਵੈਲਿਊਜ਼ ਫਾਈਂਡ ਕਰ ਸਕਦੇ ਹਾਂ। ਪਰ ਵੀਟਸਟੋਨ ਬ੍ਰਿਜ ਨੇ ਸਾਨੂੰ ਇੱਕ ਮੈਥਡ ਇਹੋ ਜਿਹਾ ਦਿੱਤਾ ਸੀ। ਵੀਟਸਟੋਨ ਸਾਇੰਟਿਸਟ ਦਾ ਨਾਮ ਆ, ਬ੍ਰਿਜ ਕਿਉਂ ਕਹਿੰਦੇ ਆਪਾਂ ਹੁਣੇ ਦੇਖ ਲੈਂਦੇ ਹਾਂ। ਕੀ ਉਹਨੇ ਮੈਥਡ ਦਿੱਤਾ ਵੀ ਜਿਹਦੀ ਹੈਲਪ ਦੇ ਨਾਲ ਅਸੀਂ ਰੈਜ਼ਿਸਟੈਂਸ ਦੀ ਵੈਲਿਊ ਫਾਈਂਡ ਕਰਦੇ ਹਾਂ, ਐਂਡ ਇਟ ਇਜ਼ ਵੈਰੀ ਐਕੂਰੇਟ ਮੈਥਡ ਆਫ ਫਾਈਂਡਿੰਗ ਦੀ ਰੈਜ਼ਿਸਟੈਂਸ। ਇਹਦਾ ਮਤਲਬ ਇਹ ਹੋ ਗਿਆ ਵੀ ਰੈਜ਼ਿਸਟੈਂਸ ਦੀ ਵੈਲਿਊ ਕੱਢਣ ਲਈ ਸਾਡੇ ਕੋਲੇ ਦੋ ਮੈਥਡ ਨੇ, ਇੱਕ ਓਮਸ ਲਾ, ਦੂਜਾ ਵੀਟਸਟੋਨ ਬ੍ਰਿਜ। ਤੇ ਵੀਟਸਟੋਨ ਬ੍ਰਿਜ ਦੀ ਹੈਲਪ ਦੇ ਨਾਲ ਅਸੀਂ ਜਦੋਂ ਰੈਜ਼ਿਸਟੈਂਸ ਫਾਈਂਡ ਕਰਦੇ ਹਾਂ ਤਾਂ ਉਹ ਕੀ ਆ, ਉਹ ਐਕੂਰੇਟ ਵੈਲਿਊ ਕੀ ਆਉਂਦੀ ਆ, ਐਕੂਰੇਟ ਆਉਂਦੀ ਆ। ਮਤਲਬ ਸਾਡਾ ਰਿਜ਼ਲਟ ਸਹੀ ਆਉਂਦਾ। ਕਿਉਂ ਸਹੀ ਆਉਂਦਾ? ਬਿਕੋਜ਼ ਵੀਟਸਟੋਨ ਬ੍ਰਿਜ ਦੇ ਨਾਲ ਜਦੋਂ ਅਸੀਂ ਵੈਲਿਊ ਫਾਈਂਡ ਕਰਦੇ ਹਾਂ, ਵੀਟਸਟੋਨ ਬ੍ਰਿਜ ਦਾ ਪ੍ਰਿੰਸੀਪਲ ਨਲ ਮੈਥਡ ਦੇ ਉੱਤੇ ਬੇਸਡ ਆ। ਕਿਹੜੇ ਮੈਥਡ ਤੇ ਬੇਸਡ ਆ? ਨਲ ਮੈਥਡ। ਇਹ ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀਤਾ ਹੋਇਆ, ਤੁਹਾਨੂੰ ਥੋੜ੍ਹੀ ਜਿਹੀ ਰੀਕੈਪ ਕਰ ਦਿੰਦਾ। ਇਹਦੇ ਵਿੱਚ ਆਪਾਂ ਇੱਕ ਸਰਕਟ ਇੱਦਾਂ ਦਾ ਲਗਾਇਆ ਸੀ, ਚਾਰ ਸਾਡੇ ਕੋਲ ਰੈਜ਼ਿਸਟੈਂਸਿਸ ਸੀਗੀਆਂ। ਇੱਥੇ ਪੁਆਇੰਟ A ਹੈ ਐਂਡ ਇਹਦੇ ਨਾਲ ਬੈਟਰੀ ਲੱਗੀ ਆ ਸਾਡੀ ਵਿਦ ਹੈਲਪ ਆਫ ਏ ਕੀ। ਇੱਥੇ ਪੁਆਇੰਟ B, C ਐਂਡ D, ਤੇ B ਤੇ D ਦੇ ਵਿੱਚ ਗਲਵੈਨੋਮੀਟਰ ਲਾਉਨੇ ਆ। ਤੇ ਇਹ ਜਿਹੜੀ ਆਹ ਵਾਲੀ ਆਰਮ ਆ ਇਹਨੂੰ ਅਸੀਂ ਕਹਿੰਦੇ ਆ ਬ੍ਰਿਜ ਆਰਮ। ਗਲਵੈਨੋਮੀਟਰ ਆਰਮ ਵੀ ਕਹਿ ਦਿੰਦੇ ਆ, ਬ੍ਰਿਜ ਐਕਚੁਅਲੀ ਇਹੀ ਆ B ਤੇ D ਪੁਆਇੰਟ ਦੇ ਵਿੱਚ। ਹੁਣ ਇਹ ਕਿਵੇਂ ਵਰਕ ਕਰਦਾ? ਇਹਦੇ ਵਿੱਚ ਸਾਡੇ ਕੋਲੇ ਇੱਥੇ ਰੈਜ਼ਿਸਟੈਂਸ ਹੈ P, ਦਿਸ ਵਨ ਇਜ਼ Q, ਦਿਸ ਵਨ ਇਜ਼ R ਐਂਡ ਇੱਥੇ ਹੈਗੀ ਸਾਡੀ S। ਜਿਹੜੀ R ਰੈਜ਼ਿਸਟੈਂਸ ਆ ਇਹ ਹੈਗੀ ਅਨਨੋਨ ਰੈਜ਼ਿਸਟੈਂਸ। ਇਹ ਅਸੀਂ ਫਾਈਂਡ ਕਰਨੀ ਆ। ਮਤਲਬ ਚਾਰੇ ਤਾਰਾਂ ਹੀ ਲੱਗੀਆਂ ਹੋਈਆਂ, ਇਹਦੀ ਰੈਜ਼ਿਸਟੈਂਸ ਸਾਨੂੰ ਪਤਾ, ਇਹਦੀ ਰੈਜ਼ਿਸਟੈਂਸ ਸਾਨੂੰ ਪਤਾ, ਇਹਦੀ ਰੈਜ਼ਿਸਟੈਂਸ ਸਾਨੂੰ ਪਤਾ। ਤਿੰਨ ਪਤਾ ਨੇ, ਚੌਥੀ ਕੱਢ ਸਕਦੇ ਹਾਂ। ਕਿਵੇਂ ਕੱਢ ਸਕਦੇ ਹੋ? ਇਹਦਾ ਮੈਥਡ ਆ। ਮੈਥਡ ਕੀ ਆ ਵੀ ਜਦੋਂ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ B ਐਂਡ D ਸਾਡਾ ਬਰਾਬਰ ਹੋ ਜੇ, ਪੋਟੈਂਸ਼ੀਅਲ ਦੋਨੇ ਪੁਆਇੰਟ ਸੇਮ ਪੋਟੈਂਸ਼ੀਅਲ ਤੇ ਹੋ ਜਾਣ ਤਾਂ ਡਿਫਰੈਂਸ 0 ਹੋ ਗਿਆ। ਜੇ B ਪੁਆਇੰਟ ਤੇ D ਪੁਆਇੰਟ ਸੇਮ ਪੋਟੈਂਸ਼ੀਅਲ ਤੇ ਹੋ ਜਾਣ ਤਾਂ ਦੋਨਾਂ ਦਾ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋ ਗਿਆ? 0। ਘਟਾਵਾਂਗੇ ਤਾਂ 0 ਆਊਗਾ ਜੇ ਬਰਾਬਰ ਹੋਣਗੇ। ਤੇ ਕੀ ਇਸ ਤਾਰ ਦੇ ਵਿੱਚੋਂ ਦੀ ਕਰੰਟ ਲੰਘੂਗਾ? ਫਿਰ ਜਦੋਂ ਪੋਟੈਂਸ਼ੀਅਲ ਡਿਫਰੈਂਸ ਹੀ ਹੈ ਨਹੀਂ, ਕਰੰਟ ਲੰਘਣਾ ਨਹੀਂ। ਸੋ ਇਸ ਕਰਕੇ ਗਲਵੈਨੋਮੀਟਰ ਦੀ ਡਿਫਲੈਕਸ਼ਨ ਕਿੰਨੀ ਹੋਊਗੀ? 0। ਇਹਨੂੰ ਹੀ ਨਲ ਮੈਥਡ ਕਹਿੰਦੇ ਆ। ਜਦੋਂ ਗਲਵੈਨੋਮੀਟਰ ਦੀ ਡਿਫਲੈਕਸ਼ਨ 0 ਹੋ ਜਾਂਦੀ ਹੈ, ਫਿਰ ਅਕੋਰਡਿੰਗ ਟੂ ਵੀਟਸਟੋਨ ਬ੍ਰਿਜ ਕੀ ਮਿਲਦਾ ਸਾਨੂੰ? ਫਿਰ ਮਿਲਦਾ ਹੈ P/Q = R/S।
फिर आ कंडीशन साडी फुलफिल हो जाती है, फिर साडे कोल आ रिजल्ट आ जाता कदों, जदों आई जी बराबर 0 हो जे, मतलब पोटेंशियल एट बी इक्वल टू हो जे पोटेंशियल एट डी, जां इहनूं कह दो बी ते डी का पोटेंशियल आ जिहड़ा ओह डिफरेंस आ ओह 0 के बराबर है। गल पल्ले पै गई, पता लग गया नल मैथड की आ, क्योंकि गलवैनोमीटर की रीडिंग 0 हो जाएगी क्योंकि करंट 0 हो गया, क्योंकि पोटेंशियल डिफरेंस बी ते डी दे विच 0 हो गया। समझ गए? हुण जे पोटेंशियल डिफरेंस 0 हो जाता फिर आ जिहड़ी विचाले वाली तार लगी है ये करंट ही नहीं लंघ रहा, कंट्रीब्यूट नहीं कर रही, फिर यदा सर्किट सिंपल हो जाऊगा। आह लाइन विचों कट्टी गई एक किस्म की तार वैसे ही लगी हुई है। क्लीयर हो गई गल? हुण इहनूं प्रैक्टिकली समझण दे लई असी, ये तो होगी थ्योरी, इनू प्रैक्टिकल परपज़ च लैके आउण दे लई की बनिया मीटर ब्रिज। मीटर ब्रिज की आ पहला मैं तुहानूं दिखा दा भी आह साडे कोल मीटर ब्रिज आ, इहदे विच की आ नीचे स्केल लगी हुई आ, स्केल दे उत्ते 0 तो लैके 100 सेंटीमीटर तक मार्क लगे हुए आ। 1 मीटर हो गया ना पूरा 100 सेंटीमीटर का, तो 100 सेंटीमीटर की एक तार लगी हुई है उत्ते। इधरले पासे मैटल दियां स्ट्राइप्स लगियां हुई ने, इत्थे एक खाना खाली आ, इत्थे असी तार लावांगे जिहदी असी रेजिस्टेंस कैलकुलेट करनी आ, मतलब दिस विल बी यूअर आर अननोन रेजिस्टेंस। इधरले पासे एक विचाले वाला पॉइंट आ, ये पॉइंट आ जिहड़ा ये साडा बी पॉइंट आ, जिहदे विचों दी गलवैनोमीटर लग के डी बनूगा, वो मैं तुहानूं दसदा। इधरले पासे फिर गैप आ पत्तियां दे विच, इत्थे असीं लावांगे रेजिस्टेंस एस। ये जिहड़ी एस रेजिस्टेंस है ये वेरीएबल रेजिस्टेंस आ, मतलब असीं इहदी वैल्यू चेंज कर सकते हैं आपदे हिसाब नाल जिन्नी सानूं लोड़ आ। क्लीयर? उदों बाद इत्थे पॉइंट साडा जिहड़ा आह ये साडा पॉइंट आ गया सी। पता लग गया मीटर ब्रिज का अपरेटस की आ। ਇਹਨੂੰ ਆਪਾਂ अगले दिन जिद्दां प्रैक्टिकल होऊगा प्रैक्टिकल भी करांगे भी हाउ टू फाइंड अननोन रेजिस्टेंस यूजिंग मीटर ब्रिज। हुण इधर आ जाइए, ਇੱਥੇ बना ਲਈਏ ਇਹਨੂੰ जस्ट लाइक जिवें ਆਪਾਂ ਹੁਣੇ देखिया एक साडे कोले ਲੱਕੜ ਦਾ फट्टा है, ਇਹਦੇ ਉੱਤੇ ਕੀ ਲੱਗਿਆ ਜੀ ਥੱਲੇ, ਇਹਦੇ ਉੱਤੇ ਲੱਗਿਆ ਹੋਇਆ ਸਾਡਾ मीटर, 1 मीटर ਦੀ स्केल ਲੱਗੀ ਆ, ਇਹਦੇ ਉੱਤੇ 0 ਤੋਂ ਲੈ ਕੇ 100 सेंटीमीटर तक निशान लगे हुए आ। इत्थे 50 बना दिना मैं अंदाजे नाल। क्लीयर? ते नाल ही इहदे उत्ते एक वायर लगी हुई आ, ये वायर भी स्पैशल हुंदी आ जिहदी टैंपरेचर कोफिशिएंट ऑफ रजिस्टिविटी बहुत मिनीमम हुंदी आ, मतलब गर्म होण दे नाल ये बड़ी थोड़ी इनक्रीज़ हुंदी है, इहदी रजिस्टेंस ते चेंज नहीं हुंदी, बहुत ज़्यादा घट चेंज हुंदी है। क्लीयर? सो ये वायर स्पैशल मटीरियल की हुंदी आ। स्पैशल मटीरियल किहड़ा नोट कर सकते हो? स्पैशल मटीरियल हुंदा जी ये कॉन्स्टेंटन, ये पेपर दे विच क्वेश्चन आ जाता, जां मैंगनिन, मैगानिन MANGNIN, मैंगनिन जां कॉन्स्टेंटन का एक अलॉय हुंदा, उस अलॉय की स्पैशल वायर बनाई जाती है। पेपर च 1 नंबर का क्वेश्चन हमेशा आता भी ये वायर कादी बनाई, क्यों बनाई जाती है? क्योंकि इसका टैंपरेचर कोफिशिएंट ऑफ रजिस्टेंस की हुंदा, लो हुंदा। ਇਹਦਾ मतलब की आ भी टैंपरेचर के ਵਧਣ नाल आम तौर के उत्ते मैटल्स आ ਜਿਹੜੀਆਂ ਉਹਨਾਂ ਦੀ ਰੈਜ਼ਿਸਟਿविटी इनक्रीज़ कर जाती है, पर यह मटीरियल की रजिस्टिविटी इनक्रीज़ ज़्यादा नहीं इनक्रीज़ कर, मतलब टैंपरेचर डिफरेंस के नाल वेरीएशन रजिस्टेंस दे विच घट आउंदी है। ओके, हुण आह वाला साडा पॉइंट हो गया जी ए, इधरला पॉइंट मैं तुहानूं दस्सिया सी सी हो गया, उहदे हिसाब नाल इत्थों साडे कोले पत्तियां लगियां होईयां इधरले पासे नूं, एक स्क्रू साडा इत्थे लग्या होया सी, उदों बाद फिर इत्थे विचकारले पासे एक पत्ती लगी आ, इत्थे स्क्रू लग्या होया सी विचाले, एंड एक इत्थे खाना खाली सीगा, उदों बाद साडे कोले अगेन इत्थे पत्ती लगी हुई आ। इदां दा साडा ये की आ मीटर ब्रिज आ। इहनूं उहदे नाल किवें रिलेट करना? बी पॉइंट किहड़ा आ? दिस वन इज़ अवर बी पॉइंट। हुण इत्थे असीं लगा ली है
ਅਨਨੋਨ ਰਜਿਸਟੈਂਸ। इधरले पासे असी लगाई है नोन रजिस्टेंस बट वेरीएबल रजिस्टेंस। ये साडा हो गया जी एस। क्लीयर। आ जिहड़ा बी पॉइंट आ जिहड़ी आ तार आ इहनूं बी पॉइंट दे उत्ते कस लिया जांदा तार नूं। बी पॉइंट ते कस लिया, इहदे नाल लाता असी गलवैनोमीटर। गलवैनोमीटर ते आ गए। ਹੁਣ ਅਸੀਂ ਇਹਦੇ ਨਾਲ ਗਾਂਹ ਫੇਰ ਤਾਰ ਲਾਤੀ। ਤਾਰ ਦਾ ਜਿਹੜਾ ਦੂਜਾ ਸਿਰਾ ਹੁੰਦਾ ਉਹਨੂੰ ਅਸੀਂ ਖੁੱਲ੍ਹਾ ਛੱਡ ਲੈਂਦੇ ਹਾਂ। ਕਿਵੇਂ ਛੱਡਦੇ ਹਾਂ ਖੁੱਲ੍ਹਾ? ਸੋ ਮੈਂ ਇੱਧਰ ਦੀ ਘੁਮਾ ਕੇ ਲਿਆਉਣਾ, ਖੁੱਲ੍ਹਾ ਛੱਡ ਲਿਆ ਕਿਉਂਕਿ ਸਾਨੂੰ ਇਹ ਲੰਬੀ ਤਾਰ ਚਾਹੀਦੀ ਆ। ਆਹ ਸਾਰੀ ਤਾਰ 'ਤੇ ਲਾ ਕੇ ਦੇਖਣ ਨੂੰ ਇਹਦੇ ਮੂਹਰੇ ਇੱਕ ਛੋਟਾ ਜਿਹਾ ਪਾਰਟ ਲਗਾਇਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਜੋਕੀ। ਕੀ ਕਹਿੰਦੇ ਆ? ਜੋਕੀ। ਮੈਟਲ ਦੀ ਇੱਕ ਨਿੱਕੀ ਜਿਹੀ, ਜਿਵੇਂ ਆਪਣੀ ਆਤਿਸ਼ਬਾਜ਼ੀ ਦਾ ਉੱਪਰਲੇ ਪਾਸਿਓਂ ਹੈੱਡ ਹੁੰਦਾ ਨਾ ਆਤਿਸ਼ਬਾਜ਼ੀ ਦਾ, ਉਸ ਤਰੀਕੇ ਨਾਲ ਹੁੰਦੀ ਆ। ਆਪਾਂ ਪ੍ਰੈਕਟੀਕਲ ਵੇਲੇ ਤੁਹਾਨੂੰ ਦਿਖਾਵਾਂਗੇ। ਇਹਦਾ ਮੂਹਰੇ ਪੁਆਇੰਟਡ ਐਂਡ ਹੁੰਦਾ ਤਿੱਖਾ। ਕਾਹਦੇ ਵਾਸਤੇ? ਹੱਥ ਵਿੱਚ ਫੜ ਕੇ ਇਹਨੂੰ ਇੱਥੇ ਆਹ ਤਾਰ ਦੇ ਉੱਤੇ ਲਾਉਣ ਲਈ। ਜਦੋਂ ਇਹਦੇ ਉੱਤੇ ਬੈਟਰੀ ਲਾਵਾਂਗੇ ਪਹਿਲਾਂ ਤਾਂ A ਪੁਆਇੰਟ ਤੇ C ਪੁਆਇੰਟ ਦੇ ਦਰਮਿਆਨ ਅਸੀਂ ਇੱਕ ਬੈਟਰੀ ਦਾ ਟਰਮੀਨਲ ਲਾ ਦਾਂਗੇ। ਸੋ ਜਿਹੜੇ ਨਾਲ ਪੋਜ਼ੀਟਿਵ ਟਰਮੀਨਲ ਲੱਗਿਆ ਹੋਊਗਾ ਉਹ ਸਾਡਾ ਹੋਊਗਾ A ਪੁਆਇੰਟ, ਅਤੇ ਜਿਹਦੇ ਨਾਲ ਸਾਡਾ ਨੈਗੇਟਿਵ ਲੱਗਿਆ ਹੋਊਗਾ ਉਹ ਹੋਊਗਾ C ਪੁਆਇੰਟ। ਹੁਣ ਕਰੰਟ ਚੱਲਣ ਲੱਗ ਜੂਗਾ ਜਦੋਂ ਅਸੀਂ ਇਹਦੀ ਕੀ ਔਨ ਕਰਾਂਗੇ। ਜਦੋਂ ਕਰੰਟ ਚੱਲਣ ਲੱਗ ਗਿਆ ਅਤੇ ਉਨੀ ਦੇਰ ਤੱਕ ਸਾਡੇ ਕੋਲ ਗਲਵੈਨੋਮੀਟਰ ਡਿਸਕਨੈਕਟਡ ਆ ਜਿੰਨੀ ਦੇਰ ਤੱਕ ਜੋਕੀ ਅਸੀਂ ਆਹ ਤਾਰ ਨਾਲ ਨਹੀਂ ਲਾਉਂਦੇ। ਹੁਣ ਇਹ ਤਾਰ ਦੋ ਹਿੱਸਿਆਂ 'ਚ ਵੰਡਣੀ ਆ ਆਪਾਂ। ਕਿਹੜੇ ਜਗ੍ਹਾ 'ਤੇ ਵੰਡਣੀ ਆ? ਜਿੱਥੇ ਸਾਡਾ ਗਲਵੈਨੋਮੀਟਰ ਜ਼ੀਰੋ ਡਿਫਲੈਕਸ਼ਨ ਦੇਵੇ। ਅਸੀਂ ਆਹ ਜੋਕੀ ਨੂੰ ਇਸ ਜਗ੍ਹਾ 'ਤੇ ਲਾ ਕੇ ਦੇਖਾਂਗੇ ਤਾਰ 'ਤੇ, ਫਿਰ ਇੱਧਰ ਲਾ ਕੇ ਦੇਖਾਂਗੇ, ਫਿਰ ਇੱਧਰ ਲਾ ਕੇ ਦੇਖਾਂਗੇ। ਫਿਰ ਜਿੱਥੇ ਸਾਡੇ ਕੋਲ ਗਲਵੈਨੋਮੀਟਰ ਦੀ ਡਿਫਲੈਕਸ਼ਨ ਮਤਲਬ ਆਈ ਜੀ ਸਾਡੇ ਕੋਲ ਜ਼ੀਰੋ ਆ ਗਿਆ, ਉਹ ਅਸੀਂ ਪੁਆਇੰਟ ਨੋਟ ਕਰ ਲਾਂਗੇ। ਸੋ ਮੰਨ ਲੈਂਦੇ ਆ ਵੀ ਆਹ ਜਿਹੜਾ ਪੁਆਇੰਟ ਆ ਸਾਡੇ ਕੋਲ ਜੋਕੀ ਦਾ, ਇਹ ਇਸ ਜਗ੍ਹਾ ਦੇ ਉੱਤੇ ਮੰਨ ਲੈਂਦੇ ਆ ਪੁਆਇੰਟ ਸਾਡਾ D ਲੱਭਿਆ ਗਿਆ ਜਿੱਥੇ ਗਲਵੈਨੋਮੀਟਰ ਦੀ ਡਿਫਲੈਕਸ਼ਨ ਜ਼ੀਰੋ ਆ ਗਈ। ਸੋ ਆਹ D ਪੁਆਇੰਟ ਅਸੀਂ ਹੁਣ ਲੱਭ ਲਿਆ। ਕੀ ਬਣ ਗਿਆ? A ਤੋਂ ਲੈ ਕੇ D ਤੱਕ ਦਾ ਜਿਹੜਾ ਡਿਸਟੈਂਸ ਆ ਲੈਟ ਇਟ ਬੀ L। ਸੋ ਕੀ ਫਾਈਂਡ ਕਰ ਲਿਆ ਅਸੀਂ? ਡਿਸਟੈਂਸ ਫਰੋਮ A ਟੂ D, ਇਹਨੂੰ ਕਹਿਤਾ ਅਸੀਂ L। ਅਤੇ ਜਿਹੜਾ D ਤੋਂ ਲੈ ਕੇ C ਤੱਕ ਡਿਸਟੈਂਸ ਹੋਊਗਾ ਉਹ ਕੀ ਬਣ ਜੂਗਾ? ਡਿਸਟੈਂਸ ਫਰੋਮ D ਟੂ C ਇਹ ਕਿੰਨਾ ਬਣ ਜੂਗਾ? 100 ਮਾਈਨਸ L। 100 ਚੋਂ L ਘਟਾ ਦਾਂਗੇ, ਬਾਕੀ ਇੱਧਰ ਆ ਗਿਆ। ਜੇ ਆ 40 ਆਊਗਾ ਤਾਂ ਇੱਧਰ 60 ਆ ਜੂਗਾ, ਜੇ ਆ 30 ਆਊਗਾ ਤਾਂ ਇੱਧਰ 70 ਆ ਜੂਗਾ, ਜੇ ਇੱਧਰ 50 ਆ ਗਿਆ ਤਾਂ ਇੱਧਰ ਵੀ 50 ਆ ਜੂਗਾ। ਕਲੀਅਰ। ਸੋ ਇੱਕ ਪਾਸੇ L, ਦੂਜੇ ਪਾਸੇ 100 ਮਾਈਨਸ L। ਹੁਣ ਸਾਡੇ ਕੋਲ ਕੀ ਆ ਗਿਆ? ਸਾਡੇ ਕੋਲ ਤਾਂ ਲੈਂਥ ਪਤਾ ਲੱਗੀ ਆ, ਕੱਲੀ ਲੈਂਥ ਪਤਾ ਲੱਗੀ ਆ, ਰੇਜ਼ਿਸਟੈਂਸ ਤਾਂ ਨਹੀਂ ਪਤਾ ਲੱਗੀ। ਆਹ ਵਾਲੀ ਰੇਜ਼ਿਸਟੈਂਸ ਸਾਨੂੰ ਪਤਾ ਇਹ R ਆ, ਇੱਥੇ ਸਾਡਾ P ਤੇ Q ਆਊਗਾ ਨੀਚੇ। ਸੋ R ਤੇ S ਸਾਡਾ ਉੱਪਰ ਆ ਗਿਆ, S ਦੇ ਨਾਲ ਸਾਡੀ C ਲੱਗੀ ਹੋਈ ਆ। ਠੀਕ ਆ, ਓਕੇ ਹੋ ਗਿਆ ਹੁਣ ਕੰਮ। R ਐਂਡ S ਤੇ ਇੱਧਰਲੇ ਪਾਸੇ ਸਾਡਾ ਆਊਗਾ P ਤੇ Q। ਠੀਕ ਆ। ਲਓ ਜੀ, ਹੁਣ L ਆ ਜਿਹੜੀ ਉਹ ਕਿਵੇਂ ਸਾਨੂੰ ਯੂਜ਼ਫੁਲ ਆ? ਜੇਕਰ ਆਹ ਵਾਲੀ ਵਾਇਰ ਆ ਜਿਹੜੀ ਇਹਦੀ ਰਜਿਸਟੈਂਸ ਅਸੀਂ ਅਜ਼ਿਊਮ ਕਰ ਲਈਏ। ਲੈਟ ਅਸ ਅਜ਼ਿਊਮ ਦੀ ਰਜਿਸਟੈਂਸ ਆਫ ਵਾਇਰ ਇਜ਼ ਇਕੁਅਲ ਟੂ X ਪਰ ਯੂਨਿਟ ਲੈਂਥ। ਮਤਲਬ ਯੂਨਿਟ ਲੈਂਥ ਦੀ ਰਜਿਸਟੈਂਸ ਕਿੰਨੀ ਅਜ਼ਿਊਮ ਕਰ ਲਈ? X। ਯੂਨਿਟ ਲੈਂਥ ਮਤਲਬ ਜੇ 100 ਸੈਂਟੀਮੀਟਰ ਆ ਤਾਂ 1 ਸੈਂਟੀਮੀਟਰ ਦੀ ਆਪਾਂ ਅਜ਼ਿਊਮ ਕਰ ਲਈ ਵੀ ਇਹਦੀ ਰਜਿਸਟੈਂਸ ਆ ਜਿਹੜੀ ਕਿੰਨੀ ਆ? X। ਤੇ ਹੁਣ L ਲੈਂਥ ਆ ਗਈ ਨਾ, ਤੇ L ਦੀ ਕਿੰਨੀ ਹੋ ਜਾਊਗੀ? ਰਜਿਸਟੈਂਸ ਆਫ ਲੈਂਥ L ਵਿਲ ਬੀ X ਗੁਣਾ L ਹੋ ਜੂ। ਕਿਉਂਕਿ ਜੇ ਇਹ 40 ਸੈਂਟੀਮੀਟਰ ਆਏ ਤੇ 1 ਸੈਂਟੀਮੀਟਰ ਦੀ ਰਜਿਸਟੈਂਸ X ਆ, ਤੇ 40 ਦੀ ਕਿੰਨੀ ਹੋ ਗਈ? 40X ਹੋ ਗਈ। ਕਲੀਅਰ। ਤੇ ਬਾਕੀ ਦੇ ਰਹਿੰਦਾ ਜਿਹੜਾ ਉਹਦੀ ਕਿੰਨੀ ਹੋ ਗਈ?
ਇਹ ਜਿਹੜੀ ਐਲ ਲੈਂਥ ਸੀ ਇਹ ਆਪਾਂ ਮੰਨੀ ਹੈ ਏ ਟੂ ਡੀ, ਇਹਦਾ ਮਤਲਬ ਏ ਟੂ ਡੀ ਦੀ ਰੈਜ਼ਿਸਟੈਂਸ ਆ ਗਈ ਐਕਸਐਲ ਤੇ ਡੀ ਟੂ ਸੀ ਦੀ ਕਿੰਨੀ ਆ ਗਈ 100 ਮਾਈਨਸ ਐਲ ਸੀਗੀ ਇਹ ਇਨਟੂ ਐਕਸ। ਕਲੀਅਰ ਹੋ ਗਈ ਗੱਲ। ਹੁਣ ਅਸੀਂ ਰੈਜ਼ਿਸਟੈਂਸ ਫਾਈਂਡ ਕਰ ਲਈ। ਜੇ ਹੁਣ ਰੈਜ਼ਿਸਟੈਂਸ ਫਾਈਂਡ ਕਰ ਲਈ ਦੈਨ ਅਕੋਰਡਿੰਗ ਟੂ ਵੀਟਸਟੋਨ ਬ੍ਰਿਜ ਪ੍ਰਿੰਸੀਪਲ ਕੀ ਬਣ ਗਿਆ, P ਓਵਰ Q ਇਜ਼ ਇਕੁਅਲ ਟੂ R ਓਵਰ S। S ਸਾਨੂੰ ਪਤਾ, R ਅਸੀਂ ਕੈਲਕੂਲੇਟ ਕਰਨੀ ਆ, P ਤੇ Q ਅਸੀਂ ਕੱਢ ਲਿਆ। ਸੋ ਇੱਥੇ ਵੈਲਿਊ ਪੁੱਟ ਕਰ ਦਈਏ। P ਦੀ ਵੈਲਿਊ ਹੈਗੀ ਸਾਡੇ ਕੋਲ XL, Q ਦੀ ਵੈਲਿਊ ਹੈਗੀ 100 ਮਾਈਨਸ L ਇੰਟੂ X ਬਰਾਬਰ ਆ ਗਿਆ ਸਾਡੇ ਕੋਲ R ਬਟੇ S। S ਸਾਨੂੰ ਪਤਾ ਤੇ X ਨਾਲ X ਸਾਡੀ ਕੈਂਸਲ ਹੋ ਗਈ। R ਬਰਾਬਰ ਕਿਹਦੇ ਆ ਗਈ L ਬਟੇ 100 ਮਾਈਨਸ L ਇੰਟੂ S। ਕਲੀਅਰ। ਇਹਦਾ ਮਤਲਬ ਸਿੰਪਲੀ ਬਾਏ ਨੋਇੰਗ ਦੀ ਵੈਲਿਊ ਆਫ ਨਿਊਟਰਲ ਪੁਆਇੰਟ, ਨਲ ਪੁਆਇੰਟ, ਆ ਜਿਹੜਾ ਪੁਆਇੰਟ ਲੱਭਿਆ ਜਾ ਅਸੀਂ ਜੋ ਕਿ ਲਾ ਕੇ ਟੱਚ ਕਰਕੇ ਦੇਖਾਂਗੇ ਉਹਨੂੰ ਅਸੀਂ ਨਲ ਪੁਆਇੰਟ ਕਹਿੰਦੇ ਆ। ਜਿਹੜਾ ਨਲ ਪੁਆਇੰਟ ਜਿਹੜਾ ਲੱਭ ਲਿਆ ਉਹਦੇ ਨਾਲ ਸਾਨੂੰ ਲੈਂਥਾਂ ਪਤਾ ਲੱਗ ਗਈਆਂ ਤੇ ਲੈਂਥ ਪਤਾ ਕਰਨ ਦੇ ਨਾਲ ਹੀ ਸਾਨੂੰ ਕੀ ਪਤਾ ਲੱਗ ਗਈ, ਅਨਨੋਨ ਰੈਜ਼ਿਸਟੈਂਸ ਜਿਹੜੀ ਅਸੀਂ ਕੈਲਕੂਲੇਟ ਕਰਨੀ ਸੀ। ਕਲੀਅਰ। ਹੁਣ ਇਹਦਾ ਫਾਇਦਾ ਤੁਹਾਨੂੰ ਪਹਿਲਾਂ ਦੱਸ ਹਟਿਆ, ਇਹਦੇ ਵਿੱਚ ਤਾਰ ਦੀਆਂ ਆਪਦੀਆਂ ਰੈਜ਼ਿਸਟੈਂਸ ਜਿਹੜੀਆਂ ਉਹ ਸ਼ਾਮਲ ਨਹੀਂ ਹੁੰਦੀਆਂ ਕਿਉਂਕਿ ਨਾ ਤਾਂ ਇਹਦੇ ਵਿੱਚ ਆਪਾਂ P ਦੀ ਵੈਲਿਊ ਕੋਈ ਹੋਰ ਲਿਖੀ ਆ ਰੈਜ਼ਿਸਟੈਂਸ ਦੇ ਹਿਸਾਬ ਨਾਲ, ਨਾ Q ਦੀ ਲਿਖੀ ਆ, ਸਿਰਫ ਲੈਂਥਾਂ ਨੋਟ ਕੀਤੀਆਂ ਵੀ ਕਿੰਨੀ ਲੈਂਥ ਦੇ ਉੱਤੇ ਸਾਡਾ ਨਿਊਟਰਲ ਪੁਆਇੰਟ ਆਉਂਦਾ, ਨਲ ਪੁਆਇੰਟ ਆਉਂਦਾ, ਜ਼ੀਰੋ ਪੁਆਇੰਟ ਆਉਂਦਾ ਤੇ ਉਹਦੇ ਆਧਾਰ 'ਤੇ ਅਸੀਂ ਜਿਹੜੀ ਰੈਜ਼ਿਸਟੈਂਸ ਆ ਅਨਨੋਨ ਵਾਇਰ ਦੀ ਉਹ ਕੈਲਕੂਲੇਟ ਕਰ ਲਈ। ਸੋ ਇਸ ਲਈ ਇਹ ਬੈਟਰ ਮੈਥਡ ਆ, ਇਹਨੂੰ ਪ੍ਰੈਕਟੀਕਲੀ ਵੀ ਆਪਾਂ ਕਰਕੇ ਦੇਖਾਂਗੇ। ਇਹਦੇ ਨਾਲ ਹੁਣ ਤੁਸੀਂ ਹੋਰ ਕੀ ਕਰ ਸਕਦੇ ਹੋ, ਇਹਦੇ ਨਾਲ ਤੁਸੀਂ ਰੈਜ਼ਿਸਟੈਂਸ ਦੇ ਜਿਹੜੇ ਲੌਜ਼ ਨੇ ਸੀਰੀਜ਼ ਪੈਰਲਲ ਵਾਲੇ ਆਪਾਂ ਉਹ ਵੀ ਵੈਰੀਫਾਈ ਕਰ ਸਕਦੇ ਹਾਂ। ਕਿਵੇਂ ਕਰਾਂਗੇ, ਜਿਵੇਂ ਹੁਣ ਇੱਥੇ ਆਪਾਂ ਇੱਕ ਆਰ ਲਾਈ ਆ, ਇੱਕ ਰੈਜ਼ਿਸਟੈਂਸ ਲਾਈ ਆ, ਇਹਦੀ ਜਗ੍ਹਾ ਦੇ ਉੱਤੇ ਅਸੀਂ R1 ਤਾਂ ਹੋ ਗਈ, ਇੱਕ ਹੋਰ ਪੈਰਲਲ ਚਲਾ ਦਈਏ R2, ਇਹ ਦੋਨੇ ਪੈਰਲਲ ਰੈਜ਼ਿਸਟੈਂਸ ਲੱਗ ਗਈਆਂ ਤਾਂ ਪੈਰਲਲ ਰੈਜ਼ਿਸਟੈਂਸਿਸ ਦਾ ਵੀ ਅਸੀਂ ਵੈਲਿਊ ਫਾਈਂਡ ਕਰ ਸਕਦੇ ਹਾਂ ਵੀ ਦੋਨਾਂ ਦੀ ਇਕੱਠੀ ਕਰਕੇ ਕਿੰਨੀ ਰੈਜ਼ਿਸਟੈਂਸ ਦੀ ਵੈਲਿਊ ਆਉਂਦੀ ਆ। ਇਹਨਾਂ ਨੂੰ ਸੀਰੀਜ਼ ਚਲਾ ਕੇ ਵੀ ਦੇਖ ਸਕਦੇ ਹਾਂ, ਕੱਲੀ ਕੱਲੀ ਦਾ ਵੀ ਕੱਢ ਸਕਦੇ ਹਾਂ। ਸੋ ਵੀ ਕੈਨ ਵੈਰੀਫਾਈ ਦੀ ਲਾਜ਼ ਆਫ ਸੀਰੀਜ਼ ਐਂਡ ਪੈਰਲਲ ਬਾਏ ਦਿਸ ਨਲ ਮੈਥਡ। ਕਲੀਅਰ ਹੋ ਗਈ ਗੱਲ ਸਾਰਿਆਂ ਨੂੰ। ਹੁਣ ਐਨੀ ਕੁਐਸਚਨ? ਹਾਂਜੀ। ਹੁਣ ਇਹਦੇ ਆਧਾਰ 'ਤੇ ਆਪਾਂ ਇੱਕ ਛੋਟਾ ਜਿਹਾ ਨੂਮੈਰੀਕਲ ਕਰਕੇ ਦੇਖ ਲਈਏ। ਤੁਹਾਡੀ ਬੁੱਕ ਦੇ ਵਿੱਚ ਹੀ ਦਿੱਤਾ ਹੋਇਆ, ਕੋਈ ਦਿਓ ਬੁੱਕ ਇੱਕ 3.9 ਨੂਮੈਰੀਕਲ ਨੰਬਰ 3.9 ਆਫ NCERT। ਇੰਨੇ ਮੀਟਰ ਬ੍ਰਿਜ ਦੀ ਨਲ ਪੁਆਇੰਟ ਇਜ਼ ਫਾਊਂਡ ਐਟ ਏ ਡਿਸਟੈਂਸ ਆਫ 33.7 ਸੈਂਟੀਮੀਟਰ। ਨਲ ਪੁਆਇੰਟ ਫਾਈਂਡ ਕਰ ਲਿਆ ਕਹਿੰਦਾ। ਇਹਦਾ ਮਤਲਬ ਕੀ ਫਾਈਂਡ ਕਰ ਲਿਆ, L ਕਿੱਥੇ 33.7 ਸੈਂਟੀਮੀਟਰ। ਇਹਦਾ ਮਤਲਬ 100 ਮਾਈਨਸ L ਕਿੰਨਾ ਆ ਗਿਆ ਜੀ 66.3। ਇਹ 100 ਮਾਈਨਸ L ਆ ਗਈ ਦੂਜੀ ਵੈਲਿਊ। ਹੁਣ ਕੀ ਕਹਿੰਦਾ ਅੱਗੇ, ਇਫ ਨਾਓ ਇਹ ਰੈਜ਼ਿਸਟੈਂਸ ਆਫ 12 ਓਮ ਇਜ਼ ਕਨੈਕਟਡ ਇਨ ਪੈਰਲਲ ਵਿਦ ਐਸ। ਆ ਜਿਹੜੀ ਐਸ ਆ ਇਹਦੇ ਪੈਰਲਲ ਦੇ ਵਿੱਚ ਕਹਿੰਦਾ ਇੱਕ ਹੋਰ ਰੈਜ਼ਿਸਟੈਂਸ ਲਾਤੀ, ਕਿੰਨੀ ਓਮ ਦੀ 12 ਓਮ ਦੀ। 12 ਓਮ ਦੀ ਰੈਜ਼ਿਸਟੈਂਸ ਪੈਰਲਲ ਚ ਲਾਤੀ। ਦੀ ਨਲ ਪੁਆਇੰਟ ਅਕਰਜ਼ ਐਟ 51.9। ਹੁਣ ਨਲ ਪੁਆਇੰਟ ਬਦਲ ਜੂਗਾ ਕਿਉਂਕਿ ਵੈਲਿਊ ਚੇਂਜ ਹੋ ਗਈ। ਤੋ ਨਲ ਪੁਆਇੰਟ ਆ ਜਿਹੜਾ ਦੂਜੇ ਕੇਸ ਦੇ ਵਿੱਚ ਕੀ ਹੋ ਜਾਂਦਾ, ਸੋ ਵੈਨ 12 ਓਮ ਰੈਜ਼ਿਸਟੈਂਸ ਇਜ਼ ਕਨੈਕਟਡ ਪੈਰਲਲ ਟੂ ਐਸ ਦੀ L ਦੀ ਵੈਲਿਊ ਕਿੰਨੀ ਆ ਗਈ ਜੀ ਹੁਣ 51.9। ਕੁਐਸਚਨ ਕੀ ਕਹਿੰਦਾ, ਡਿਟਰਮਿਨ ਦੀ ਵੈਲਿਊਜ਼ ਆਫ R ਐਂਡ S। ਸੋ ਫਾਈਂਡ R ਐਂਡ S। R ਤੇ S ਅਸੀਂ ਫਾਈਂਡ ਕਰਾਂਗੇ। ਕਿਵੇਂ ਫਾਈਂਡ ਕਰਾਂਗੇ R ਤੇ S, ਹੁਣ ਦੇਖੋ ਆਪਾਂ ਨੂੰ ਪਤਾ ਇਹਦੀ ਕੰਡੀਸ਼ਨ P ਓਵਰ Q ਇਜ਼ ਇਕੁਅਲ ਟੂ R ਓਵਰ S।
P ਓਵਰ Q ਕੀ ਆ ਸਾਡਾ L ਤੇ 100 ਮਾਈਨਸ L। ਸੋ ਪਹਿਲੇ ਕੇਸ ਦੇ ਵਿੱਚ ਕੀ ਆ ਇਹ, ਸੋ ਫਾਰ ਫਸਟ ਕੇਸ R ਬਟੇ S ਦੀ ਵੈਲਿਊ ਕਿਹਦੇ ਬਰਾਬਰ ਆ ਗਈ 33.7 ਓਵਰ 66.3। ਇਹ ਸਾਡੀ ਪਹਿਲੀ ਇਕੁਏਸ਼ਨ ਆ ਗਈ। R ਬਟੇ S ਹੀ ਆਪਾਂ ਦੂਜੀ ਕੰਡੀਸ਼ਨ ਨਾਲ ਕੱਢ ਲੈਣਾ, ਦੋਨਾਂ ਨੂੰ ਬਰਾਬਰ ਕਰ ਦਾਂਗੇ ਜਾਂ ਉਹਦੀ ਵੈਲਿਊ ਪੁੱਟ ਕਰ ਦਾਂਗੇ, ਦੈਨ ਵੀ ਵਿਲ ਕੈਲਕੂਲੇਟ R। ਕਰੋ ਨਾਲ ਦੀ ਨਾਲ। ਸੋ ਪਹਿਲੀ ਇਕੁਏਸ਼ਨ ਸਾਡੇ ਕੋਲ ਇਹ ਆ ਗਈ। ਦੂਜੀ ਟਰਮ ਦੇ ਵਿੱਚ 12 ਓਮ ਦੀ ਰੈਜ਼ਿਸਟੈਂਸ S ਦੇ ਨਾਲ ਲਾਤੀ। ਜੇ S ਦੇ ਨਾਲ 12 ਓਮ ਦੀ ਰੈਜ਼ਿਸਟੈਂਸ ਲਾਤੀ, ਦੇਖੋ ਕੀ ਬਣਿਆ। ਇੱਥੇ ਇੱਕ ਲਾਈ ਆ 12 ਓਮ ਦੀ ਰੈਜ਼ਿਸਟੈਂਸ, ਇਹਨਾਂ ਦੋਨਾਂ ਦੀ ਸਾਨੂੰ ਇਕੁਇਵਲੈਂਟ ਰੈਜ਼ਿਸਟੈਂਸ ਕੱਢਣੀ ਪਊ। ਤੋ ਰੈਜ਼ਿਸਟੈਂਸ ਜਦੋਂ ਪੈਰਲਲ 'ਚ ਲੱਗੇ ਹੁੰਦੇ ਨੇ ਤਾਂ ਉਦੋਂ ਉਹਨਾਂ ਦੀ ਇਕੁਇਵਲੈਂਟ ਰੈਜ਼ਿਸਟੈਂਸ ਆ ਜਿਹੜੀ ਉਹ ਕਿਹਦੇ ਬਰਾਬਰ ਹੁੰਦੀ ਹੈ 1/S ਪਲੱਸ 1/12 ਆ ਵਾਲੀ। ਠੀਕ ਆ। ਸੋ ਇਹ ਕਿੰਨੀ ਵੈਲਿਊ ਆ ਜੂਗੀ, ਇੱਦਾਂ ਕਰਕੇ ਇਹਨੂੰ ਸੋਲਵ ਕਰੋਗੇ ਦੈਨ ਇਟ ਵਿਲ ਬੀ 12S ਓਵਰ 12 ਪਲੱਸ S। ਆਹ ਵੈਲਿਊ ਆ ਜਿਹੜੀ LCM ਲੈ ਕੇ ਕਰੋਗੇ ਤਾਂ ਆ ਜੂਗੀ, ਉਲਟਾ ਦੋਗੇ ਇੱਕ ਵਾਰੀ। ਸੋ R ਇਕੁਇਵਲੈਂਟ ਅਸੀਂ ਹੁਣ ਪੁੱਟ ਕਰਾਂਗੇ R ਦੀ ਜਗ੍ਹਾ ਤੇ S ਦੀ ਜਗ੍ਹਾ ਤੇ, ਸੌਰੀ, ਕਿਉਂਕਿ S ਦੇ ਉੱਤੇ ਲੱਗੀ ਹੋਈ ਹੈ, S ਦੇ ਉੱਤੇ ਲੱਗੀ ਹੈ ਨਾ। ਸੋ S ਦੀ ਜਗ੍ਹਾ ਦੇ ਉੱਤੇ ਹੁਣ ਅਸੀਂ ਆਹ ਵੈਲਿਊ ਲਿਖਾਂਗੇ। ਸੋ ਕਿੰਨਾ ਬਣ ਗਿਆ ਜੀ P ਓਵਰ Q। P ਹੁਣ ਸਾਡਾ ਕਿੰਨਾ 51.9 ਬਟੇ 100 ਮਾਈਨਸ L ਕਰੋ, ਨਵੀਂ ਕਿੰਨੀ ਆ 100 ਚੋਂ 51.9 ਘਟਾਇਆ ਕਿੰਨਾ ਆ ਗਿਆ 48.1। ਠੀਕ ਹੈ। ਸੋ ਇਕੁਅਲ ਟੂ R ਬਟੇ S ਦੀ ਵੈਲਿਊ ਅਸੀਂ ਆਹ ਪੁੱਟ ਕਰਾਂਗੇ 12S। ਆਹ ਥੱਲੇ ਵਾਲੀ ਚੀਜ਼ ਉੱਪਰ ਚਲੇਗੀ। ਕਲੀਅਰ। ਹੁਣ ਇੱਥੇ ਸਾਡੇ ਕੋਲ R ਬਟੇ S ਬਣ ਗਿਆ। ਇਸ R ਬਟੇ S ਦੀ ਜਗ੍ਹਾ ਦੇ ਉੱਤੇ ਅਸੀਂ ਆਹ ਪੁੱਟ ਕਰੋ ਨਾਲ ਦੀ ਨਾਲ। ਸੋ ਦੇਖੋ ਕੀ ਬਣ ਗਿਆ, ਇੱਥੇ 12 ਪਲੱਸ S ਬਟੇ 12 ਸਰ ਮੇਰੇ ਕੋਲ ਰਹਿ ਗਿਆ। ਬਾਕੀ R ਬਟੇ S ਦੀ ਵੈਲਿਊ ਕਿੰਨੀ ਆ ਗਈ 33.7 ਓਵਰ 66.3। ਕਰੋ ਸੋਲਵ ਇਹਨੂੰ, ਦੇਖੋ ਕੀ ਬਣਦਾ। ਪਹਿਲਾਂ ਇਹਨੂੰ ਕਰੋ, ਦੋਨਾਂ ਨੂੰ ਡਿਵਾਈਡ, ਅਨਮੋਲ ਕਰੋ ਬਈ ਫਟਾਫਟ। ਫਿਰ ਇਹਨੂੰ ਡਿਵਾਈਡ ਕਰੋ ਦੋਨਾਂ ਨੂੰ, ਇਹਨੂੰ ਡਿਵਾਈਡ ਕਰਕੇ ਇੱਧਰਲੇ ਪਾਸੇ ਲੈ ਆਇਓ। ਠੀਕ ਆ, ਆਹ ਦੋਨੇ ਡਿਵਾਈਡ ਹੋ ਜਾਣਗੇ। ਫਿਰ 12 ਨੂੰ ਇੱਧਰਲੇ ਪਾਸੇ ਲੈ ਕੇ ਗੁਣਾ ਕਰ ਲਿਓ, ਇੱਧਰ ਕੀ ਰਹਿ ਜਾਊਗਾ 12 ਪਲੱਸ S, ਅਤੇ ਇੱਥੋਂ ਕੱਲੀ ਆਪਾਂ S ਕੈਲਕੂਲੇਟ